देख लो मैडम ਜਿਹੜੇ ਇਹਨਾਂ ਨੇ ਕੁਐਸਚਨ ਕੀਤੇ ਨਾ ਮੰਨ ਲਓ ਜਿਹੜੇ ਸੇਮ ਕੁਐਸਚਨ ਆਏ ਆ ਸਾਡੇ ਪੇਪਰ ਦੇ ਵਿੱਚ ਇਹ ਤੁਹਾਨੂੰ ਲਾ ਫਾਈਂਡਰ ਦੀ ਐਪ ਹੈ ਮੈਂ ਹਲੇ ਪੀਡੀਐਫ ਵੀ ਬਣਾ ਲਈ ਉਹਦੀ ਸਕਰੀਨਸ਼ਾਟ ਬਣਾ ਲੈ ਕੇ ਤੇ ਲਾ ਫਾਈਂਡਰ ਦੀ ਐਪ ਹੈ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੇਮ ਟੂ ਸੇਮ ਕੁਐਸਚਨ ਪੇਪਰ ਦੇ ਵਿੱਚ ਉਹ ਪੇਪਰ ਆਏ ਦੇ जिन्ने भी एस्पिरेंट्स ने उन्होंने जम्मू कश्मीर पब्लिक सर्विस कमीशन के बाहर आज प्रोटेस्ट किया। प्रोटेस्ट की वजह से आज इनकी जुबानी सुनांगे की ना तुहाडा? मैडम जी मेरा नाम है सक्षम ਅਸੀਂ ਪੀਯੂ ਐਸਪੀਰੈਂਟ ਆ ਜਿਹੜੇ ਹੁਣ 14 ਤੋਂ ਲੈ ਕੇ 24 ਤੱਕ ਪੇਪਰ ਹੋਣੇ ਸੀ ਤੇ ਉਹਦੇ ਵਿੱਚ ਅਸੀਂ ਅਪੇਅਰ ਹੋਏ ਹਾਂ ਐਸਪੀਰੈਂਟ। ਮੁੱਦਾ ਕੀ ਹੈ ਅੱਜ ਤੁਹਾਡੇ ਪ੍ਰੋਟੈਸਟ ਦਾ ਇੱਥੇ? ਮੁੱਦਾ ਹੈ ਕਿ ਮੈਡਮ ਜੀ ਦੇਖੋ ਮੁੱਦੇ ਨਾ ਤਿੰਨ ਇਸ਼ੂ ਨੇ ਸਾਡੇ ਇਸ ਐਗਜ਼ਾਮ ਤੋਂ ਲੈ ਕੇ। ਇੱਕ ਤੇ ਸਾਡਾ ਐਗਜ਼ਾਮ ਜਿਹੜਾ 7 ਸਾਲ ਬਾਅਦ ਆਇਆ, ਠੀਕ ਹੈ, ਸਾਨੂੰ ਬੜਾ ਚਾਅ ਸੀ ਕਿ ਐਗਜ਼ਾਮ ਆਇਆ ਕਿ ਅਸੀਂ ਐਗਜ਼ਾਮ ਦਾਂਗੇ ਕਿ ਅੱਗੇ ਦੇ ਸਾਨੂੰ ਪੋਸਟਾਂ ਨਹੀਂ ਮਿਲਦੀਆਂ, ਹੁਣ ਪੋਸਟਾਂ ਮਿਲਦੀਆਂ ਐਗਜ਼ਾਮ ਹੁੰਦੇ ਆ ਉਹਦੇ ਵਿੱਚ ਵੀ ਗੜਬੜੀ। ਇਹਦੇ ਵਿੱਚ ਜਿਹੜੀਆਂ 3 ਗੜਬੜੀਆਂ ਸਾਨੂੰ ਆਈਆਂ, ਇਹਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਗੜਬੜੀ ਆਈ ਹੈ ਸਾਡੇ ਐਗਜ਼ਾਮ ਦੇ ਵਿੱਚ, ਇੱਕ ਇਹਨਾਂ ਨੇ ਪ੍ਰਿਸਕ੍ਰਾਈਬਡ ਸਿਲੇਬਸ ਕੀਤੇ ਦਾ। ਪ੍ਰਿਸਕ੍ਰਾਈਬਡ ਠੀਕ ਹੈ, ਪ੍ਰਿਸਕ੍ਰਾਈਬ ਉਸ ਪ੍ਰਿਸਕ੍ਰਾਈਬਡ ਸਿਲੇਬਸ ਦੇ ਵਿੱਚ ਇਹਨਾਂ ਨੇ ਜਿਹੜੇ ਕੁਐਸਚਨ ਪੁੱਛੇ ਆ ਨਾ, ਕਈ ਸਾਡਾ 8 ਐਗਜ਼ਾਮਸ ਹੋਏ ਨਾ, ਠੀਕ ਹੈ, 4 ਵਿੱਚ ਜਿਹੜੇ ਨਾ ਇਹਨਾਂ ਨੇ ਜਿਹੜੇ ਕੁਐਸਚਨ ਪੁੱਛੇ ਨਾ ਆਊਟ ਆਫ ਦਾ ਸਿਲੇਬਸ ਸੀ ਔਰ ਉਹਦੀ ਵੇਟੇਜ ਇੱਕ ਜਿਹੜੇ ਪੇਪਰ ਦੀ ਵੇਟੇਜ ਹੈ 250 ਹੁੰਦੀ ਹੈ। ਉਹਦੇ ਵਿੱਚੋਂ ਕਈ ਐਗਜ਼ਾਮ ਦੇ ਵਿੱਚ 100 ਨੰਬਰ ਦਾ ਆਊਟ ਆਫ ਦਾ ਸਿਲੇਬਸ ਪੁੱਛਿਆ, ਕਈਆਂ ਵਿੱਚ 50 ਨੰਬਰ ਦਾ ਪੁੱਛਿਆ, ਕਈਆਂ ਵਿੱਚ 70 ਨੰਬਰ ਦਾ ਪੁੱਛਿਆ, ਠੀਕ ਹੈ। ਤੇ ਇੱਕ ਬੱਚਾ ਜਿਹੜਾ ਉਹ ਸਿਲੇਬਸ ਨੂੰ ਦੇਖ ਕੇ ਪ੍ਰਪੇਅਰ ਕਰੇ ਕਰਦਾ ਹੈ ਤੇ ਉਹਨਾਂ ਦੇ ਉਹ ਧੋਖਾ ਹੋ ਗਿਆ, ਮਤਲਬ ਉੱਥੇ ਉਹਨੇ ਕੁਝ ਹੋਰ ਪੜ੍ਹਿਆ ਆਇਆ ਕੁਝ ਹੋਰ ਹੈ। ਤੁਹਾਨੂੰ ਕਿਵੇਂ ਪਤਾ ਚੱਲਿਆ ਕਿ ਇਹ ਜਿਹੜੇ ਤੁਸੀਂ ਸਵਾਲ ਜਿੰਦੀ ਗੱਲ ਕਰਦੇ ਪਏ ਹੋ ਆਊਟ ਆਫ ਸਿਲੇਬਸ ਨੇ? ਕਿਉਂਕਿ ਸਿਲੇਬਸ ਪ੍ਰਿਸਕ੍ਰਾਈਬਡ ਹੈ ਨਾ, ਜਦੋਂ ਉਸ ਸਿਲੇਬਸ ਤੋਂ ਬਾਹਰ ਆਏਗਾ ਤਾਂ ਆਊਟ ਆਫ ਸਿਲੇਬਸ ਹੈ। ਉਸ ਇਹਨਾਂ ਨੂੰ ਕੀ ਬੰਦਾ ਹੈ ਕਿ ਪ੍ਰਿਸਕ੍ਰਾਈਬਡ ਸਿਲੇਬਸ ਤੋਂ ਜਿਹੜਾ ਕੁਐਸਚਨ ਪੁੱਛਣਾ ਬੰਦਾ ਹੈ, ਮਗਰ ਉਹ ਪ੍ਰਿਸਕ੍ਰਾਈਬਡ ਸਿਲੇਬਸ ਤੋਂ ਕੁਐਸਚਨ ਨਹੀਂ ਪੁੱਛਿਆ ਤਾਂ ਆਊਟ ਆਫ ਸਿਲੇਬਸ ਹੋ ਗਿਆ। ਉਹ ਕਿੰਨੇ ਸਵਾਲ ਹੀ ਜਿਹੜੇ ਆਊਟ ਆਫ ਸਿਲੇਬਸ ਆਏ? ਮੈਂ ਕੀ ਤੇ ਕਰਨਾ ਤੁਹਾਨੂੰ ਕਿ 8 ਸਾਡੇ ਪੇਪਰ ਹੋਏ ਨਾ, ਜਿਹਦੇ ਵਿੱਚੋਂ 3-4 ਜਿਹੜੇ ਪੇਪਰ ਸੀ ਨਾ, ਉਹਦੇ ਵਿੱਚ ਜਿਹੜੇ ਨਾ ਹਰ ਪੇਪਰ ਦੇ ਵਿੱਚ ਜਿਹੜੇ 3-4 ਬੋਲਿਆ, ਕੋਈ 50 ਨੰਬਰ ਦੀ ਵੇਟੇਜ, ਕੋਈ 70 ਨੰਬਰ ਦੀ ਵੇਟੇਜ, ਕੋਈ 100 ਨੰਬਰ ਦੀ ਵੇਟੇਜ ਦੇ ਵਿੱਚ ਆਊਟ ਆਫ ਸਿਲੇਬਸ ਜਿਹੜੇ ਸਵਾਲ ਆਏ ਨਾ, ਠੀਕ ਹੈ, 4 ਪੇਪਰਾਂ ਦੇ ਵਿੱਚ। ਉਹ ਅਸੀਂ ਰਿਪਰੈਜ਼ੈਂਟੇਸ਼ਨ ਦੇ ਕਰਨੇ ਆ ਇਹਨਾਂ ਨੂੰ ਤੇ ਉਹਦੇ ਵਿੱਚ ਅਸੀਂ ਮੈਂਸ਼ਨ ਕੀਤੇ ਨੇ ਕਿਹੜੇ ਸਵਾਲ ਜਿਹੜੇ ਆ ਆਊਟ ਆਫ ਸਿਲੇਬਸ ਨੇ। ਇੱਕ ਤੇ ਇਹ ਇਸ਼ੂ ਹੀ। ਸਾਡਾ ਦੂਸਰਾ ਇਸ਼ੂ ਕੀ ਹੈ ਇਹਦੇ ਵਿੱਚ ਐਗਜ਼ਾਮ ਦੇ ਵਿੱਚ ਕੀ ਹੋਇਆ, ਇਹਨਾਂ ਨੇ 3 ਪੇਪਰ ਸਾਡੇ ਐਸੇ ਨੇ, CRPC, IPC ਤੇ ਐਵੀਡੈਂਸ। ਇਹਨਾਂ ਨੇ ਕੀ ਕੀਤਾ, ਇੱਕ ਜਿਹੜੀ ਐਪ ਹੈ ਲਾ ਫਾਈਂਡਰ ਐਪ ਹੈ, ਤੁਹਾਨੂੰ ਮਿਲ ਜਾਏਗੀ ਮਜ਼ੇ ਨਾਲ। ਉਹਦੇ ਵਿੱਚ ਇੱਕ ਆਪਸ਼ਨ ਹੈ ਬੈਕ ਟੂ ਸਕੂਲ। ਅਗਰ ਉਹਨੂੰ ਖੋਲੋ ਨਾ, ਉਹਦੇ ਵਿੱਚ ਨਾ ਲਿਖੇ ਦੇ ਕੁਐਸਚਨ ਤੇ ਆਨਸਰ ਸਾਰੇ। ਇਹਨਾਂ ਨੇ ਸੈਂਪਲ ਪੇਪਰ, ਕਾਈਂਡ ਆਫ ਉਹ ਸਮਝ ਲਓ ਸੈਂਪਲ ਪੇਪਰ, ਠੀਕ ਹੈ, ਕਾਈਂਡ ਆਫ। ਇਹਨਾਂ ਨੇ ਕੀ ਕੀਤਾ ਦਾ, ਉਹ 4 ਪੇਪਰਾਂ ਵਿੱਚ ਕੀ ਕੀਤਾ ਦਾ, 3 ਪੇਪਰਾਂ ਵਿੱਚ CRPC, IPC ਔਰ ਐਵੀਡੈਂਸ ਦੇ ਵਿੱਚ ਹੂ ਬਹੂ ਜਿਹੜੇ ਸੇਮ ਕੁਐਸਚਨ ਨਾ ਜਿਹੜੇ ਉਹ ਕਾਪੀ ਕਰਕੇ ਇੱਥੇ ਪਾਏ ਦੇਣਾ। ਅੱਛਾ, 90% ਜਿਹੜਾ ਮੰਨ ਲਓ ਐਵੀਡੈਂਸ ਦਾ ਪੇਪਰ ਹੈ ਨਾ, 90% ਤੁਹਾਨੂੰ ਉਸ ਸੈਂਪਲ ਪੇਪਰ 'ਚ ਮਿਲ ਜਾਏਗਾ। ਹੋ ਸਕਦਾ ਹੈ ਕਿ ਕੀ ਪਤਾ ਤੁਹਾਡੇ ਪੇਪਰਾਂ 'ਚ ਰਿਪੀਟੀਸ਼ਨ ਹੋਏ ਸਵਾਲਾਂ ਦੀ? ਨਹੀਂ, ਰਿਪੀਟੀਸ਼ਨ ਨਹੀਂ ਹੈ, ਪਹਿਲੀ ਵਾਰੀ ਤੇ ਹੋਏ ਕਰਦਾ। ਮੇਨ ਸਾਰਾ ਸਬਜੈਕਟਿਵ ਪਹਿਲੇ ਸਬਜੈਕਟਿਵ ਹੁੰਦਾ ਹੀ ਨਹੀਂ ਹੈ, ਪਹਿਲੀ ਵਾਰੀ ਤੇ ਹੋਏ ਕਰਦਾ। ਰਿਪੀਟੀਸ਼ਨ ਦੀ ਗੱਲ ਹੀ ਨਹੀਂ ਹੈ, ਉਹ ਹੂ ਬਹੂ ਫੁੱਲ ਸਟਾਪ ਕਾਮਾ ਸੇਮ ਚੇਪੇ ਦੇ ਨੇ। ਅਗਰ ਜਿਸ ਬੰਦੇ ਨੂੰ ਬਿਫੋਰ ਹੈਂਡ ਉਹਦਾ ਪਤਾ ਹੋਏ ਤਾਂ ਉਹਦੇ ਐਡਵਾਂਟੇਜ ਲੈ ਗਿਆ। ਅਸੀਂ ਜਿਹੜੇ ਆ ਸਾਲਾਂ ਦੇ ਜਿਹੜੀ ਤਿਆਰੀ ਕਰਨੇ ਆ, ਜਿਹੜੇ ਆਪਣਾ ਮਤਲਬ ਦਿਨ ਰਾਤ ਕਰਦੇ, ਕਈਆਂ ਨੇ ਪ੍ਰੈਕਟਿਸ ਵੀ ਛੱਡੀ ਹੈ, ਉਹਨਾਂ ਨਾਲ ਇਨਜਸਟਿਸ ਹੋ ਗਿਆ। ਜਿਨ੍ਹਾਂ ਨੂੰ ਪਹਿਲੇ ਹੀ ਬਿਫੋਰ ਹੈਂਡ ਉਹ ਪਤਾ ਹੋਏ ਕਿ ਉਸ ਐਪ ਦੇ ਵਿੱਚੋਂ ਉਹ ਵਾਲੇ ਕੁਐਸਚਨ ਨੇ ਪ੍ਰਿਸਕ੍ਰਾਈਬਡ, ਉਹਦਾ ਆਨਸਰ ਵੀ ਹੈ ਨਾ, ਕੁਐਸਚਨ ਨਹੀਂ ਹੈ। ਹਰ ਵਾਰ ਇੰਨਾ ਹੀ ਹੁੰਦਾ ਹੈ? ਹਰ ਵਾਰ ਦਾ ਮੈਂ ਪਿਛਲੀ ਵਾਰ ਵੀ ਦੇਖਿਆ ਕਿ ਇਹਨਾਂ ਨੇ KS ਦੇ ਕੁਝ ਜਿਹੜੇ ਪ੍ਰਿਸਕ੍ਰਾਈਬਡ ਬੁੱਕ ਦੇ ਵਿੱਚ ਮੈਂਸ਼ਨ ਕੀਤੇ ਦੇ ਸੀ। ਅਗਰ ਉਹ ਪ੍ਰਿਸਕ੍ਰਾਈਬਡ ਬੁੱਕ ਦੇ ਵਿੱਚੋਂ ਚੀਜ਼ਾਂ ਕਿਸੇ ਨੂੰ ਪਹਿਲੇ ਪਤਾ ਲੱਗ ਜੇ ਆਣੀ ਹੈ ਤਾਂ ਉਹਨੂੰ ਤੇ ਅਪਰ ਹੈਂਡ ਹੋ ਗਿਆ। ਨਹੀਂ, ਮੈਨੂੰ ਦੇਖੋ, ਹੁਣ ਕੋਈ ਵੀ ਤੁਸੀਂ ਪੇਪਰ ਦੇਣਾ ਹੈ, ਤੁਸੀਂ ਭਾਵੇਂ 12ਵੀਂ ਦਾ ਵੀ ਪੇਪਰ ਦੇਣਾ ਹੋਏ, ਤੁਹਾਡੇ ਕੋਲ ਇੱਕ ਸੈਂਪਲ ਪੇਪਰ ਹੁੰਦਾ ਜਿਹਦੇ ਵਿੱਚ ਤੁਹਾਨੂੰ ਆਈਡੀਆ ਲੱਗ ਜਾਂਦਾ ਕਿ ਬਈ ਇਸ ਤਰੀਕੇ ਦੇ ਸਵਾਲ ਆਣੇ, ਜਾਂ ਹੋ ਸਕਦਾ ਕਿ ਇਸ ਤਰੀਕੇ ਦੇ ਸਵਾਲ ਵੀ ਆਣ ਤੇ ਸਵਾਲ ਰਿਪੀਟ ਵੀ ਹੁੰਦੇ ਨੇ, ਠੀਕ ਹੈ ਨਾ। ਤੇ ਮਗਰ ਇੱਕ ਗੱਲ ਹੈ ਨਾ, ਉਹ ਜਿਹੜੇ 3 ਪੇਪਰ ਦੇ ਵਿੱਚ ਹੀ ਕਿਉਂ ਇਹਨਾਂ ਨੇ ਚੇਪਿਆ, ਇਹ ਵੱਡਾ ਸਵਾਲ ਹੈ ਨਾ। ਫਿਰ ਸੈਂਪਲ ਪੇਪਰ ਹੀ ਤੇ ਹੋਰ ਵੀ, ਮਤਲਬ ਅਗਰ ਇਹਨਾਂ ਕੋਲ ਇੱਕੋ ਐਪ ਰਹਿ ਗਈ ਸੀ ਜਿੱਥੋਂ ਆ ਸਕਦਾ ਸੀ ਪੇਪਰ। ਕਿੰਨੀਆਂ ਬੁੱਕਸ ਨੇ ਮਾਰਕੀਟ 'ਚ ਅਵੇਲੇਬਲ, ਕਿੰਨੀ ਐਪਸ ਨੇ, ਕਿੰਨਾ ਕੁਛ ਹੈ, ਮਗਰ ਉਹ ਪਰਟੀਕੂਲਰ ਜਿਹੜਾ ਹੈ ਲਾ ਫਾਈਂਡਰ ਦੇ ਵਿੱਚੋਂ ਇਹਨਾਂ ਨੇ ਜਿਹੜੇ 3 ਪੇਪਰ ਜਿਹੜੇ ਹੈ 90% ਜਿਹੜਾ ਉਸ ਤਰ੍ਹਾਂ ਹੀ ਚੇਪੇ ਦਾ। ਔਰ ਉਹਦੇ ਵਿੱਚ ਇੱਕ ਹੋਰ ਬੜੀ ਵੱਡੀ ਗੱਲ ਹੈ, ਇੱਕ ਅਸੀਂ PSC ਕੋ ਐਕਸਪੈਕਟ ਕਰ ਰਹੇ ਹਾਂ ਐਕਸਪਰਟ ਕੀ ਹੁੰਦਾ, ਐਪਲੀਕੇਸ਼ਨ ਆਫ ਦਾ ਮਾਈਂਡ ਹੁੰਦਾ। ਐਪਲੀਕੇਸ਼ਨ ਆਫ ਦਾ ਮਾਈਂਡ, ਮੰਨ ਲਓ ਉੱਥੇ ਸੀਤਾ ਲਿਖੇ ਦਾ, ਇਹਨੇ ਸੀਤਾ ਦੀ ਜਗ੍ਹਾ ਰਾਮ ਵੀ ਨਹੀਂ ਕੀਤੇ ਦਾ, ਸੀਤਾ ਦੀ ਜਗ੍ਹਾ ਸੀਤਾ ਹੀ ਆਇਆ ਦਾ ਪੇਪਰ 'ਚ। मतलब एप्लीकेशन बिल्कुल नॉन एप्लीकेशन ऑफ द माइंड वो जेड़ा चीज़ां ना जेहड़ियां चेपी दी उन्हें
ਮੰਨ ਲਓ ਇਹਨੂੰ ਬੋਲੇ ਚੇਪੀ ਦੀਆਂ, ਉਹ ਹੂ ਬਹੂ ਫੁੱਲ ਸਟਾਪ ਕਾਮਾ ਸਾਰਾ ਉਸ ਤਰ੍ਹਾਂ ਹੀ ਸੇਮ ਚੇਪੇ ਦਾ। ਇਹਦਾ ਮਤਲਬ ਕੀ ਹੈ, ਐਗਜ਼ਾਮੀਨੇਸ਼ਨ ਐਪਲੀਕੇਸ਼ਨ ਆਫ ਦਾ ਮਾਈਂਡ ਕਿੱਥੇ ਕੀਤਾ ਉਹਨੇ? ਇਹਦੇ ਮਤਲਬ ਐਗਜ਼ਾਮੀਨਰ ਨੂੰ ਜਿਹੜਾ ਹੈ ਪੇਡ ਵੀ ਕਰਦੇ ਨੇ ਕਿ ਐਪਲੀਕੇਸ਼ਨ ਆਫ ਦਾ ਮਾਈਂਡ ਆਪੂ ਕੁਐਸਚਨ ਫਰੇਮ ਕਰਨੇ ਆ, ਉਹਨੇ ਮਿਹਨਤ ਕੀਤੀ। ਤੁਹਾਡੇ ਕੋਲ ਉਹ ਹੈ ਨੇ ਸੈਂਪਲ ਜਿਹੜੇ? ਬਿਲਕੁਲ ਮੇਰੇ ਕੋ ਜਿਹੜੇ ਹੈ ਲਾ ਫਾਈਂਡਰ ਦੀ ਐਪ ਹੈ, ਇਹਦੇ ਵਿੱਚ ਮੈਂ PDF ਵੀ ਬਣਾ ਲਈ ਹੈ। ਜਿਹੜੇ ਕੁਐਸਚਨ ਇਹਨਾਂ ਨੇ ਇਹ ਦੇਖ ਲਓ ਮੈਡਮ, ਜਿਹੜੇ ਇਹਨਾਂ ਨੇ ਕੁਐਸਚਨ ਕੀਤੇ ਨਾ, ਮੰਨ ਲਓ ਜਿਹੜੇ ਸੇਮ ਕੁਐਸਚਨ ਆਏ ਆ ਸਾਡੇ ਪੇਪਰ ਦੇ ਵਿੱਚ, ਇਹ ਤੁਹਾਨੂੰ ਲਾ ਫਾਈਂਡਰ ਦੀ ਐਪ ਹੈ, ਮੈਂ ਹਲੇ PDF ਵੀ ਬਣਾ ਲਈ ਉਹਦੀ ਸਕਰੀਨਸ਼ਾਟ ਬਣਾ ਲੈ ਕੇ, ਤੇ ਲਾ ਫਾਈਂਡਰ ਦੀ ਐਪ ਹੈ, ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੇਮ ਟੂ ਸੇਮ ਕੁਐਸਚਨ ਪੇਪਰ ਦੇ ਵਿੱਚ ਉਹ ਪੇਪਰ ਆਏ ਦੇ। ਅੱਛਾ, ਤੇ ਇਸ ਬਾਰੇ ਤੁਸੀਂ PSC ਨਾਲ ਗੱਲ ਕੀਤੀ? PSC ਦੇ ਨੋਟਿਸ ਤੇ ਮੈਂ ਲੈ ਆਂਦਾ, ਮੈਂ ਕੱਲ ਹੀ ਐਗਜ਼ਾਮੀਨੇਸ਼ਨ ਹਾਲਤ ਵਿੱਚ ਮੈਂ ਪਰਸਨਲੀ ਤੌਰ ਤੇ ਰੋਲਾ ਪਾਇਆ ਕਿ ਇਹ ਜਿਹੜੀ ਚੀਜ਼ ਨੋਟਿਸ 'ਚ ਲਿਆ ਦਿੱਤੀ ਜਾਏ। ਉਧਰ ਜਿਹੜੇ ਇਨਵੀਜੀਲੇਟਰ ਹੀ ਜੋ ਵੀ ਹੈ ਉਹ ਕਹਿੰਦੇ ਸਾਨੂੰ ਆਲਰੇਡੀ ਆ ਗਈ ਦੀ ਹੈ ਇਹ ਜਿਹੜੀ। ਕਈ ਬੱਚਿਆਂ ਨੇ ਡਿਪਟੀ ਕੰਟਰੋਲਰ ਨਾਲ ਵੀ ਗੱਲ ਕੀਤੀ ਹੈ, ਕੰਟਰੋਲਰ ਨਾਲ ਵੀ ਗੱਲ ਕੀਤੀ ਹੈ ਇਹਦੇ ਬਾਰੇ। ਇਹਦੇ ਨੋਟਿਸ 'ਚ ਲਿਆਇਆ ਇਹਦੇ ਰਿਲੇਟਿਡ ਅਸੀਂ ਜਿਹੜੀ ਹੈ ਉਹ ਹੁਣ ਰਿਪਰੈਜ਼ੈਂਟੇਸ਼ਨ ਦੇਣੀ ਹੈ ਜਿਹੜੀ ਪ੍ਰੋਪਰ, ਕਿਉਂਕਿ ਪੇਪਰ ਦੇ ਟਾਈਮ ਪੇਪਰ ਤੁਹਾਡਾ ਹੋ ਗਿਆ ਨਾ, ਪੇਪਰ ਤੇ ਸਾਡੇ ਹੋ ਗਏ ਦੇ ਨਾ, ਹੁਣ ਰਿਪਰੈਜ਼ੈਂਟੇਸ਼ਨ ਬਣਾਣੀ ਹੈ ਇਹਦੇ ਉੱਤੇ ਵੀ। ਅੱਜ ਇੱਕ ਰਿਪਰੈਜ਼ੈਂਟੇਸ਼ਨ ਦੇਖਦੇ ਆਊਟ ਆਫ ਸਿਲੇਬਸ ਵਾਲੀ, ਇਹਦੇ ਉੱਤੇ ਵੀ ਅਸੀਂ ਰਿਪਰੈਜ਼ੈਂਟੇਸ਼ਨ ਬਣਾਣੀ ਹੈ, ਕਿਉਂਕਿ ਪੇਪਰ ਦੇ ਦੌਰਾਨ ਟਾਈਮ ਨਹੀਂ ਲੱਗਾ ਨਾ ਰਿਪਰੈਜ਼ੈਂਟੇਸ਼ਨ, ਪੇਪਰ ਦੀ ਤਿਆਰੀ ਕਰੀਏ ਰਿਪਰੈਜ਼ੈਂਟੇਸ਼ਨ ਬਣਾਈਏ। ਹੁਣ ਤੁਸੀਂ ਚਾਹੁੰਦੇ ਕੀ ਹੋ? ਅਸੀਂ ਇੱਕ ਹੋਰ ਚੀਜ਼, ਮੈਂ ਤੀਸਰੀ ਚੀਜ਼ ਮੇਰੇ 3 ਬੋਲੀਆਂ ਨਾ, ਕਈ ਬੱਚਿਆਂ ਤੋਂ ਕੰਪਲੇਨ ਆਈ ਹੈ ਕਿ ਇਹਦੀ ਸੀਲ ਵੀ ਖੁੱਲੀ ਦੀ ਪੇਪਰ ਦੀ। ਫਿਰ ਸੀਲ ਦਾ ਮਤਲਬ ਕੀ ਰਹਿ ਗਿਆ? ਪਹਿਲੇ ਖੁੱਲ ਗਈ ਤੇ ਫਿਰ ਸੀਲ ਕਿਉਂ ਕਿਹਾ ਜਾਂਦਾ? ਕਿਹੜੇ ਬੱਚਿਆਂ ਨੇ ਕੰਪਲੇਨ ਕੀਤੀ? ਇਹ ਐਸਪੀਡੈਂਟਸ ਸਾਡੇ ਇੱਕ ਤੇ ਮੇਰਾ ਜਿਹੜੇ ਐਸਪੀਡੈਂਟਸ ਨਾ, ਮੈਨੂੰ ਕਈ ਨੇ ਮੈਸੇਜ ਕੀਤਾ ਕਿ ਮੇਰੀ ਪਹਿਲੇ ਪੇਪਰ ਖੁੱਲੇ, ਪੇਪਰ ਦੀ ਸ਼ੀਟ ਜਿਹੜੀ ਹੁੰਦੀ ਉਹਦੀ ਸੀਲ ਔਰ ਉਹ ਖੁੱਲੀ ਨਹੀਂ ਚਾਹੀਦੀ, ਮਗਰ ਇਹਨੇ ਪਹਿਲੇ ਹੀ ਖੁੱਲੀ ਦੀ ਸੀਲ। ਕਈ ਬੱਚਿਆਂ ਦੇ ਇਹ ਵੀ ਆਇਆ, ਤੇ ਫਿਰ ਸੀਲ ਦਾ ਕੀ ਮਤਲਬ ਰਹਿ ਗਿਆ? ਠੀਕ ਹੈ, ਜਿਹੜੀ ਸਾਡੀ 3 ਜਿਹੜੀ ਇਸ਼ੂਜ਼ ਨੇ, ਇਹ ਜਿਹੜਾ ਤੁਸੀਂ ਚਾਹੁੰਦੇ ਹੋ ਕਿਤੇ ਨਾ ਕਿਤੇ ਪੇਪਰ ਲੀਕ ਹੋਇਆ? ਹੋ ਸਕਦਾ, ਕੁਝ ਵੀ ਹੋ ਸਕਦਾ, ਪਹਿਲੇ ਲੀਕ ਵੀ ਹੋ ਸਕਦਾ, ਕੁਝ ਕਹਿ ਨਹੀਂ ਸਕਦੇ। ਉਹਦੇ ਵਿੱਚ ਹੀ ਜਦੋਂ ਸਾਡੀ ਆਨਸਰ ਸ਼ੀਟ ਦੇ ਵਿੱਚ ਵੀ ਕੁਐਸਚਨ ਲਿਖੇ ਹੁੰਦੇ ਆ, ਠੀਕ ਹੈ, ਤਾਂ ਕੀ ਪਤਾ ਪਹਿਲੇ ਕਿਸੇ ਨੇ ਦੇਖੇ ਹੋਏ। ਸੀਲ ਦਾ ਮਤਲਬ ਹੁੰਦਾ ਉਹ ਜਿਹੜੀ ਹੈ ਬੰਦ ਆ, ਤੇ ਜਦੋਂ ਸੀਲ ਹੀ ਖੁੱਲੀ ਜੇ ਡੈਟ ਮੀਨਸ ਪਹਿਲੇ ਕਿਸੇ ਨੇ ਕੀ ਪਤਾ ਦੇਖੇ ਤਾਂ ਇਹ ਵੀ ਤੇ ਹੋ ਸਕਦਾ ਨਾ। ਹੁਣ ਸਾਡੀ ਇਹੋ ਮੰਗ ਹੈ ਕਿ ਜਿਹੜਾ ਇਹ PSC ਕੀ ਕਰੇ, ਜਿਹੜੇ ਇਹਨਾਂ ਕੋਈ ਸਾਡੇ ਇਸ਼ੂਜ਼ ਨੇ ਆਪਣੇ ਨੋਟਿਸ 'ਚ ਲੈ, ਜੋ ਐਪਰੋਪਰੀਏਟ ਇਹਨਾਂ ਨੂੰ ਲੱਗਦਾ ਐਕਸ਼ਨ ਸਾਡੇ ਵਾਸਤੇ ਲੈਣ, ਔਰ ਮੋਸਟ ਐਪਰੋਪਰੀਏਟ ਸਾਨੂੰ ਲੱਗਦਾ ਪਿਆ। ਤੁਸੀਂ ਕੀ ਚਾਹੁੰਦੇ ਹੋ ਕਿ ਤੁਹਾਨੂੰ ਜਿਸ ਤਰੀਕੇ ਨਾਲ ਜਿਹੜੇ ਕੁਐਸਚਨ ਰਿਪੀਟ ਹੋਏ ਨੇ, ਚਾਹੁੰਦੇ ਹੋ ਨੰਬਰ ਜ਼ਿਆਦਾ ਮਿਲਣੇ ਚਾਹੀਦੇ ਤੁਹਾਨੂੰ? ਮੈਂ ਚਾਹੁੰਦਾ ਕਿ ਪੇਪਰ ਫਿਰ ਤੋਂ ਹੋਣਾ ਚਾਹੀਦਾ। ਰਿਪੀਟ ਦਾ ਚੱਕਰ ਨਹੀਂ ਹੈ ਇਹਦੇ ਵਿੱਚ ਚੱਕਰ ਹੈ ਕਿ ਹੋ ਸਕਦਾ ਕਿਸੇ ਨੂੰ ਬਿਫੋਰ ਐਂਡ ਉਹਦਾ ਨੋਟਿਸ ਹੋਏ, ਉਹਦੇ ਐਡਵਾਂਟੇਜ ਲੈ ਗਿਆ। ਉਹ ਜਿੰਨੇ ਪੜ੍ਹਾਈ ਕੀਤੀ ਰਹੀ ਹੋਣੀ, ਜਿੰਨੇ ਰਿਸਰਚ ਕੀਤੀ ਰਹੀ ਹੋਣੀ, ਉਹਨੂੰ ਤਾਂ ਪਤਾ ਹੀ ਹੋਣਾ ਇਹਦੇ। ਨਹੀਂ, ਸਰਚ ਦੀ ਗੱਲ ਹੀ ਨਹੀਂ ਇਹਦੇ ਵਿੱਚ, ਤੁਹਾਨੂੰ ਕੁਐਸਚਨ ਮਿਲ ਜਾਣੇ ਆ। ਇੱਕ ਬੰਦੇ ਨੂੰ ਪਹਿਲੇ ਪਤਾ ਲੱਗ ਗਿਆ ਕਿ ਉਹਦੇ ਵਿੱਚ 90% ਉਹ ਵਾਲੀ ਐਪ 'ਚੋਂ ਆਇਆ ਦਾ। ਇਹ ਤਾਂ ਸਿੱਧਾ ਫਿਰ ਤੁਸੀਂ ਇਲਜ਼ਾਮ ਲਾ ਰਹੇ ਹੋ ਪਬਲਿਕ ਸਰਵਿਸ ਕਮਿਸ਼ਨ ਦੇ ਉੱਪਰ। ਇਲਜ਼ਾਮ ਲੱਗਦਾ ਹੀ ਇਸ ਤਰ੍ਹਾਂ ਪਿਆ, ਸਾਹਮਣੇ ਲੱਗੇ ਕਰਦਾ ਕਿ 90% ਜਿਹੜਾ ਸੇਮ ਕੁਐਸਚਨ ਆਇਆ ਕਰਦਾ, ਸੇਮ ਕੁਐਸਚਨ ਹੋਇਆ ਕਰਦਾ। ਤੇ ਪਬਲਿਕ ਸਰਵਿਸ ਕਮਿਸ਼ਨ ਦੇ ਵਿੱਚ ਜਿਹੜੇ ਐਕਸਪਰਟ ਨੇ, ਉਹਦਾ ਇੰਨਾ ਵੀ ਐਪਲੀਕੇਸ਼ਨ ਆਫ ਮਾਈਂਡ ਨਹੀਂ ਆਈ ਕਿ ਉਹ ਆਪੂ ਕੁਐਸਚਨ ਫਰੇਮ ਕਰ ਪਾਣ। ਇਹਦੇ ਸਿੱਧੇ ਲੱਗੇ ਕਰਦਾ। ਤੁਸੀਂ ਕਿੱਦਾਂ ਕਹਿ ਸਕਦੇ ਹੋ ਕਿ ਉਹਨਾਂ ਨੇ ਆਪੇ ਕੁਐਸਚਨ ਪੇਪਰ ਨਹੀਂ ਸੈੱਟ ਕੀਤਾ? ਤਾਂ ਸਾਹਮਣੇ ਲੱਭੇ ਕਰਦਾ ਨਾ, ਐਪਲੀਕੇਸ਼ਨ ਆਫ ਦਾ ਮਾਈਂਡ ਲੱਗੇ ਨਹੀਂ ਕਰਦੀ। ਮੈਂ ਤੁਹਾਨੂੰ ਕਿਹਾ ਨਾ, ਕਾਮਾ ਬਿੰਦੀਆਂ ਸਭ ਕੁਝ ਜਿਹੜੀ ਹੈ। ਤੁਸੀਂ ਬੜੇ ਡਿਟੇਲ 'ਚ ਮੇਰੇ ਖਿਆਲ ਨਾਲ ਸਟੱਡੀ ਕੀਤਾ ਪੇਪਰ। ਨਹੀਂ, ਬਿਲਕੁਲ ਦੇਖਣਾ ਮੇਰੇ ਨੋਟਿਸ 'ਚ ਆਇਆ ਤੇ ਮੈਂ ਆਪੂ ਹੈਰਾਨ ਹੋ ਗਿਆ ਕਿ ਯਾਰ ਇਹ ਚੀਜ਼ ਸੇਮ ਬਿਲਕੁਲ ਉਹਦੇ ਵਿੱਚ ਐਸ ਦੀ ਵੀ ਜਿਹੜੀ ਹੈ ਚੇਂਜ ਨਹੀਂ ਹੈ, ਔਰ ਸੇਮ ਅਗਰ ਨੋਟਿਸ 'ਚ ਆ ਗਿਆ ਕਿਸੇ ਦੇ ਤਾਂ ਉਹਦੇ ਅਗਰ ਮੈਨੂੰ ਵੀ ਦਿਓ, ਮੈਨੂੰ ਅਗਰ ਪੇਪਰ ਤੋਂ ਪਹਿਲੇ ਹੀ ਪਤਾ ਹੈ ਕੁਐਸਚਨ ਆਨਸਰ ਇਹੋ ਨਾ, ਠੀਕ ਹੈ, ਮੈਂ ਜਦੋਂ ਇੱਕ ਵਾਰੀ ਪੜ੍ਹ ਲਾਂਗਾ ਤੇ ਮੈਂ ਤੇ ਕਿਸੇ ਨੂੰ ਵੀ ਨਹੀਂ ਮੰਨਾਂਗਾ। ਮੈਂ ਮੇਰੇ ਜਿਹੜੇ ਨੰਬਰ ਨੇ ਸਭ ਤੋਂ ਜ਼ਿਆਦਾ ਆਣਗੇ। ਹੁਣ ਤੁਸੀਂ ਚਾਹੁੰਦੇ ਹੋ ਪੇਪਰ ਤੁਹਾਡਾ PO ਦਾ ਦੁਬਾਰਾ ਹੋਣਾ ਚਾਹੀਦਾ ਹੈ? ਬਿਲਕੁਲ ਹੋਣਾ ਚਾਹੀਦਾ, ਕਿਉਂਕਿ ਇਹਦੇ ਵਿੱਚ ਜਿਹੜੀ ਹੈ ਮੈਨੂੰ 2 ਖਰਾਬੀਆਂ ਲੱਭੀਆਂ, ਠੀਕ ਹੈ। ਆਊਟ ਆਫ ਦਾ ਸਿਲੇਬਸ ਵਾਲਾ ਤੇ ਆਈ ਹੈ, ਦੂਸਰਾ ਜਿਹੜੇ ਪੇਪਰ ਚੇਪੇ ਨੇ, ਠੀਕ ਹੈ, ਸੇਮ ਟੂ ਸੇਮ ਜਿਹੜੇ ਪੇਪਰ ਚੇਪੇ ਨੇ, ਤੀਸਰਾ ਜਿਹੜਾ ਕਈਆਂ ਦੀ ਸੀਲ ਖੁੱਲੀ ਦੀ ਲੱਭੀ ਹੈ, ਠੀਕ ਹੈ। ਉਹਨਾਂ ਨੇ ਅਗਰ ਅਲਾਰਮ ਵੀ ਦਿੱਤਾ ਇੱਧਰ, ਮਗਰ ਕੋਈ ਚਲੋ ਹੁਣ ਇੰਤਜ਼ਾਰ ਕਰ ਲਓ, ਜਿਹੜੀ ਤੁਸੀਂ ਰਿਪਰੈਜ਼ੈਂਟੇਸ਼ਨ ਤੁਸੀਂ ਦਿੰਦੇ ਪਏ, ਜਿਹੜੀ ਕੀ ਪਤਾ ਕੋਈ ਹੱਲ ਨਿਕਲ ਜਾਏ ਉਹਦੇ ਬਾਅਦ। ਆਹੋ, ਅਸੀਂ ਤੇ ਚਾਹੁੰਦੇ ਹਾਂ ਕਿ PSC ਜਿਹੜਾ ਇਹਦਾ ਹੱਲ ਲਗਾਏ, ਨਹੀਂ ਤੇ ਅਸੀਂ ਰਿਟ ਕਰਨੇ ਕਰਨੇ ਆ ਕੋਰਟ ਦੇ ਵਿੱਚ, ਠੀਕ ਹੈ। ਰਿਟ ਦਾ ਸਾਡੇ ਕੋਲ ਸਹੀ ਗਰਾਊਂਡ ਹੈ, ਕਿਉਂਕਿ ਅਗਰ ਇਹ ਨਹੀਂ ਸੁਣੇਗੀ, ਸਾਨੂੰ ਲੱਗਦਾ ਕੋਰਟ ਸਾਡਾ ਕहीं ਨਾ ਕहीं ਸੁਣੇਗੀ, ਕਿਉਂਕਿ ਸਾਡੇ ਗਰਾਊਂਡਸ ਜਿਹੜੇ ਜੈਨੂਅਨ ਹੈ। ਇਸ ਲਈ ਅਸੀਂ ਪੱਕਾ ਜਾਣਾ ਕੋਰਟ ਦਾ ਦਰਵਾਜ਼ਾ ਖੜਕਾਣਾ। ਅਗਰ
ਕਿੰਨੀ ਦੇਰ ਦੇ ਟਾਈਮ ਦੇ ਮਤਲਬ ਕਿੰਨੀ ਦੇਰ ਮੈਂ ਅਸੀਂ ਦੇਖਣਾ 10-15 ਦਿਨ ਦੇ ਵਿੱਚ 5-10 ਦਿਨ ਦੇਖਣਾ action ਲਿਆ ਐਕਸ਼ਨ ਲਿਆ ਐਪਰੋਪ੍ਰੀਏਟ ਐਕਸ਼ਨ ਲਿਆ ਤੇ ਠੀਕ ਹੈ ਅਗਰ ਨਹੀਂ ਲਿਆ ਵੀ ਵਿਲ ਡੈਫੀਨੇਟਲੀ ਨੌਕ ਦਾ ਡੋਰ ਆਫ ਦਾ ਕੋਰਟ ਤੇ ਤੁਸੀਂ ਸੁਣ ਲਿਆ ਪੀਓ ਦੇ ਜਿੰਨੇ ਵੀ ਐਸਪੀਰੈਂਟ ਨੇ ਇਹਦਾ ਕਹਿਣਾ ਹੈ ਕਿ ਬਈ ਇੱਕ ਤੇ ਸਾਡੇ ਪੇਪਰਾਂ ਦੀ ਸੀਲ ਖੁੱਲੀ ਰਹੀ ਆਈ ਦੂਜੇ ਸਾਡੇ ਜਿਹੜੇ ਕੁਐਸਚਨ ਪੇਪਰ ਹੀ ਉਹਦੇ ਵਿੱਚ ਸੇਮ ਕੁਐਸਚਨ ਇਹਨਾਂ ਨੇ ਇੱਕ ਐਪ ਸੀ ਲਾਅ ਫਾਈਂਡਰ ਕਰਕੇ ਉਹਦੇ ਵਿੱਚੋਂ ਪੇਪਰ ਸੇਮ ਕੁਐਸਚਨ ਇਹਨਾਂ ਨੇ ਚੇਪੇ ਰਹੀ ਮਤਲਬ ਕੋਈ ਤਰੀਕੇ ਨਾਲ ਕੁਐਸਚਨ ਪੇਪਰ ਲੱਗ ਨਹੀਂ ਰਿਹਾ ਸੀ ਕਿ ਇੱਕ ਐਗਜ਼ਾਮੀਨਰ ਨੇ ਇੱਕ ਐਕਸਪਰਟ ਨੇ ਸੈੱਟ ਕੀਤੇ ਰਹੇ ਤੇ ਉਹਨੇ ਬੱਚੇ ਇਹੋ ਡਿਮਾਂਡ ਕਰ ਰਹੇ ਕੋਈ ਇਹੋ ਜਿਹਾ ਤਰੀਕਾ ਕੱਢਿਆ ਜਾਏ ਕਿ ਇਨ ਬੱਚਿਆਂ ਨੂੰ ਵੀ ਕਿਸੇ ਤਰੀਕੇ ਨਾਲ ਰਾਹਤ ਮਿਲੇ ਜਾਂ ਤਾਂ ਫਿਰ ਬੱਚੇ ਇਹ ਚਾਹੁੰਦੇ ਨੇ ਕਿ ਸਾਡਾ ਜਿਹੜਾ ਪੀਓ ਦਾ ਐਗਜ਼ਾਮ ਹੈ ਉਹ ਇੱਕ ਵਾਰ ਦੁਬਾਰਾ ਕੰਡਕਟ ਕਰਾਏ ਨਹੀਂ ਤੇ ਇਹ ਬੱਚੇ ਹੁਣ ਕੋਰਟ ਦਾ ਦਰਵਾਜ਼ਾ ਵੀ ਖੜਕਾਉਣ ਨੂੰ ਬਿਲਕੁਲ ਤਿਆਰ ਨੇ